ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਗਵਾਰ, ਸਰਵ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਅਗਮ ਗੋਚਰ, ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ, ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਪੇਖਿਓ ਰੀ ਊਚਾ, ਮੋਹਨ ਸਭ ਤੇ ਊਚਾ। ਆਨ ਨ ਸੰਸਰ ਕੋ ਲਾਗੈ, ਢੂੰਡ ਰਹੇ ਹਮ ਊਚਾ। ਰਹਾਉ ਬਹੁ ਬੇਅੰਤ ਅਤ ਬੜੋ ਗਾਹਰੋ, ਥਾ ਨਹੀਂ ਅਗ ਊਚਾ। ਤੋਲ ਨ ਤੁਲੀਐ ਮੋਲ ਨ ਮੁਲੀਐ, ਕਤ ਪਾਈਐ ਮਨ ਰੂਚਾ। ਖੋਜ ਅਸੰਖਾ ਅਨਗਤ ਪੰਥਾ, ਬਿਨ ਗੁਰ ਨਹੀਂ ਪਹੁੰਚਾ। ਕਉ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪੁੰਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਜਾਰਾ ਜਹੂਰ, ਸਰਬ ਕਲਾ ਭਰਪੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ। ਗੁਰਬਾਣੀ ਦੀ ਲੜੀਵਾਰ ਕਥਾ ਜੋ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ, ਰਾਗ ਦੇਵ ਗੰਧਾਰੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ 534 ਅੰਗ ਤੇ ਸਮੇਂ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤੋਂ ਪਹਿਲਾਂ ਗੁਰਮੁਖਾਂ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਜੋ ਗੁਰਮੁਖ ਨਾਮ ਬਾਣੀ ਦੇ ਅਭਿਆਸੀ ਹਨ, ਜਿਨ੍ਹਾਂ ਨੇ ਲਗਾਤਾਰ ਗੁਰੂ ਦੀ ਮੱਤ ਲੈ ਕੇ ਨਾਮ ਦਾ ਬਾਣੀ ਦਾ ਸਿਮਰਨ ਅਭਿਆਸ ਕੀਤਾ ਹੈ, ਉਹਨਾਂ ਦੇ ਜੀਵਨ ਅੰਦਰ ਪਰਮਾਤਮਾ ਪ੍ਰਗਟ ਹੋਇਆ ਹੈ। ਉਹ ਅਵਸਥਾ ਗੁਰੂ ਪਾਤਸ਼ਾਹ ਜੀ ਨੇ ਬਿਆਨ ਕੀਤੀ ਹੈ। ਇਸ ਤੋਂ ਅੱਗੇ ਹੁਣ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਬੇਅੰਤ ਹਨ, ਪਰ ਕੋਈ ਵੀ ਪਰਮਾਤਮਾ ਦਾ ਅੰਤ ਨਹੀਂ ਲੈ ਸਕਦਾ। ਪਰਮਾਤਮਾ ਜਿਸ ਨੂੰ ਵੀ ਪ੍ਰਾਪਤ ਹੋਇਆ ਹੈ, ਉਹ ਅੰਦਰੋਂ ਹਿਰਦੇ ਦੇ ਵਿੱਚੋਂ ਹੀ ਪ੍ਰਾਪਤ ਹੋਇਆ ਹੈ, ਬਾਹਰੋਂ ਕਿਤੋਂ ਪਰਮਾਤਮਾ ਨਹੀਂ ਪ੍ਰਾਪਤ ਹੋਇਆ। ਬਹੁਤ ਸਾਰੇ ਲੋਕ ਦੇਖਾ ਦੇਖੀ ਸਵਾਂਗ ਧਾਰ, ਭੂਲੇ ਭਟਕਾ ਖਾਏ, ਭੇਖ ਧਾਰਨ ਕਰਕੇ ਜੰਗਲਾਂ ਨੂੰ ਚਲੇ ਗਏ, ਪਹਾੜਾਂ ਵਿੱਚ ਚਲੇ ਗਏ, ਪਰ ਪਰਮਾਤਮਾ ਨਹੀਂ ਮਿਲਿਆ ਉੱਥੇ। ਕਿਉਂਕਿ ਪਰਮਾਤਮਾ ਵਾਹਿਗੁਰੂ ਤਾਂ ਸਾਰਿਆਂ ਦੇ ਅੰਦਰ ਹੈ, ਆਪਣੇ ਅੰਦਰ ਨੂੰ ਖੋਜਣਾ ਸੀ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ। ਕੱਲ ਵੀ ਆਪਾਂ ਇਹ ਵਿਚਾਰ ਸਰਵਣ ਕੀਤੀ ਸੀ। ਇੱਕ ਉਹ ਲੋਕ ਜਿਹੜੇ ਭੇਖ ਧਾਰਨ ਕਰਕੇ ਜੰਗਲਾਂ ਪਹਾੜਾਂ ਵਿੱਚ ਚਲੇ ਗਏ। ਦੂਸਰੇ ਉਹ ਲੋਕ ਜਿਨ੍ਹਾਂ ਨੇ ਗਾਇਆ ਤਾਂ ਬਹੁਤ, ਕਥਨ ਤਾਂ ਬਹੁਤ ਕੀਤਾ, ਪਰ ਉਹਦਾ ਨਾਮ ਨਹੀਂ ਜਪਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਮੇਰ ਤੇਰ ਨਹੀਂ ਮੁੱਕੀ। ਇਸ ਕਰਕੇ ਉਹ ਸੰਸਾਰ ਵਿੱਚ ਰਹਿ ਕੇ ਵੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵੀ ਲਾਭ ਨਹੀਂ ਲੈ ਸਕੇ, ਕਿਉਂਕਿ ਮਾਰਗ ਬੜਾ ਵਿਖਮ ਹੈ ਭਗਤੀ ਦਾ ਮਾਰਗ। ਇਹ ਜਿੰਨਾ ਸੌਖਾ ਆਪਾਂ ਨੂੰ ਲੱਗਦਾ ਹੈ ਓਨਾ ਸੌਖਾ ਹੈ ਨਹੀਂ। ਤੇ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਗੁਰਮੁਖਾਂ ਦੀ ਨਾਮ ਰਸੀਕ ਸੰਤਾਂ ਦੀ ਸੰਗਤ ਕੀਤੀ ਹੈ ਉਹ ਭਵਜਲ ਤੋਂ ਪਾਰ ਹੋਏ ਨੇ। ਆਓ ਇਸ ਤੋਂ ਅੱਗੇ ਜਿਹੜਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ, ਵਾਹਿਗੁਰੂ ਬੇਅੰਤ ਹੈ, ਬੇਅੰਤ ਹੈ। ਤੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦਾ ਅੰਤ ਨਹੀਂ ਕੋਈ ਲੈ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਹੈ। ਪੰਚਮ ਪਾਤਸ਼ਾਹ ਜੀ ਇਹ ਸ਼ਬਦ ਪੰਜਵੇਂ ਘਰ ਦੇ ਵਿੱਚ ਗਾਣ ਦਾ ਹੁਕਮ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਅਦੁੱਤੀ ਸ਼ਕਤੀ ਹੈ। ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਮੁਖ ਦੀ ਅਵਸਥਾ ਨੂੰ ਬਿਆਨ ਕਰਦੇ ਨੇ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਤੇ ਜਪ ਕੇ ਵਾਹਿਗੁਰੂ ਵਿੱਚ ਲੀਨ ਹੋਏ, ਉਹਨਾਂ ਨੂੰ ਪੁੱਛਿਆ ਗਿਆ ਕਿ ਰੱਬ ਕਿੱਡਾ ਕੁ ਵੱਡਾ ਹੈ, ਤਾਂ ਉਹ ਗੁਰਮੁਖ ਬਿਆਨ ਕਰਦੇ ਨੇ ਪਰਮਾਤਮਾ ਉੱਚਾ ਹੈ, ਮਨ ਨੂੰ ਮੋਹਣ ਵਾਲਾ ਹੈ। ਕਿੰਨਾ ਕੁ ਉੱਚਾ ਹੈ? ਸਾਰਿਆਂ ਤੋਂ ਉੱਚਾ ਹੈ। ਸਾਰੇ ਇੱਥੇ ਕਿਹੜੇ ਹਨ? ਵਾਹਿਗੁਰੂ ਪਰਮਾਤਮਾ ਜਿੰਨੀਆਂ ਵੀ ਦੇਵ ਸ਼ਕਤੀਆਂ ਹਨ, ਜਿੰਨੇ ਅਵਤਾਰ ਪੀਰ ਪੈਗੰਬਰ ਬੜੀ ਬੜੀ ਕਰਾਮਾਤ ਵਾਲੇ ਹੋਏ ਨੇ, ਬੜੀ ਬੜੀ ਸ਼ਕਤੀ ਵਾਲੇ ਹੋਏ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਸਭ ਤੋਂ ਉੱਚਾ ਹੈ। ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਦੂਸਰਾ, ਜਿੰਨੇ ਵੀ ਕਰਮ ਧਰਮ ਨੇਮ ਹਨ ਉਹਨਾਂ ਸਾਰਿਆਂ ਨਾਲੋਂ ਵੀ ਰੱਬ ਉੱਚਾ ਹੈ। ਕੋਈ ਵੀ ਕਰਮ ਧਰਮ ਦਾਨ ਪੁੰਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਬਹੁ ਸ਼ਾਸਤਰ ਸਿਮਰਤੀਆਂ ਧਾਰਮਿਕ ਗ੍ਰੰਥਾਂ ਨੂੰ ਪੜਚੋਲ ਕੇ ਵੇਖਿਆ ਹੈ ਵੀ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਕੋਈ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਇਹਦਾ ਹੋਰ ਵਿਸਤਾਰ ਕਰਦੇ ਨੇ ਮਹਾਰਾਜ ਕਿ ਵਾਹਿਗੁਰੂ ਕਿਹੜੀਆਂ ਚੀਜ਼ਾਂ ਤੋਂ ਉੱਚਾ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਅਨਕ ਪ੍ਰਕਾਰ ਕੀਏ ਬੋ ਜਤਨਾ, ਪੁੰਨ ਦਾਨ ਹੋਮੇ ਬੋ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬੋ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਕਿੰਨੇ ਕਰਮ ਧਰਮ ਗਣਾ ਦਿੱਤੇ। ਜਾਪ ਤਾਪ ਗਿਆਨ ਸਭ ਧਿਆਨ। ਇੱਕ ਚੀਜ਼ ਨੂੰ ਕਰਨ ਤੇ ਹੀ ਕਈ ਯੁੱਗ ਲੱਗ ਜਾਂਦੇ ਨੇ, ਕਈ ਸਦੀਆਂ ਲੱਗ ਜਾਂਦੀਆਂ ਨੇ, ਕਰੀ ਜਾਂਦੇ ਹਨ। ਐਸੇ ਵੀ ਸਾਧੂ ਹਨ, ਲੰਮੀਆਂ ਉਮਰਾਂ ਹੋ ਗਈਆਂ ਨੇ, ਉਹ ਇੱਕ ਹੀ ਜਾਪ ਕਰੀ ਜਾ ਰਹੇ ਨੇ, ਕਰੀ ਜਾ ਰਹੇ ਨੇ।
ਇੱਕ ਤਰ੍ਹਾਂ ਦਾ ਹੀ ਤਾਪ ਕੋਈ ਸਾਧਨਾ ਕਰ ਰਿਹਾ, ਕੋਈ ਪਾਣੀ ਵਿੱਚ ਖੜਦਾ ਹੈ, ਕੋਈ ਧੂਣੇ ਤਪਾਉਂਦਾ ਹੈ, ਕੋਈ ਪੁੱਠਾ ਲੜਕਦਾ ਹੈ, ਕਈ ਸਾਲਾਂ ਤੋਂ ਸਾਧਨਾ ਕਰ ਰਹੇ ਨੇ, ਪਰ ਕੋਈ ਵੀ ਸਾਧਨਾ ਰੱਬ ਦੀ ਬਰਾਬਰੀ ਨਹੀਂ ਕਰ ਸਕਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੇ ਬਚਨ ਹਨ ਕਿ ਜੈਸੇ 68 ਤੀਰਥ ਪਰਸ ਕੀਓ, ਜੁਗ 4 ਚੜਿਓ ਕੈਲਾਸ਼ ਰਹਿਓ। जैसे कोट वर्ग तब उर्दमुखी बैसंतर में तन डा दियो, जैसे लाख वर्ष कुरुक्षेत्र में असमेध जग अभंग ठियो। फुन अमृत नाम विशेष इति जिनि एक बार श्री वाहिगुरु कहो। कोई 68 तीर्थां ते पहली गल ते अज बंदे कोल समा नहीं है। जैसे 68 तीर्थ परस कियो, फिर उत्थे जाके इशनान किया, उस तीर्थ की मर्यादा के मुताबक उत्थे दान पुण्य हवन किया। मर्यादा हर एक तीर्थ ते जाते ने लोग, उतों की मर्यादा भी इत्थे कुछ करना चाहिए है, तां तुहाडी यात्रा सफल होवेगी। कोई 68 तीर्थां ते जाके उतों की मर्यादा के मुताबक इशनान करे, दान पुण्य करे। 68 तीर्थां ते अजकल इन्ना समा नहीं मनुख दे कोल। कुछ करते भी होणगे, कीता भी होवेगा, क्योंकि अंत कोई नहीं परमात्मा की दुनिया का, कुदरत का। जैसे 68 तीर्थ परस कियो, जुग 4 चढ़ियो कैलाश रियो। जोग साधना कर ली, कैलाश पर्वत ते जाके समाधि ला के बैठ गया, सवासां नूं जाम करके 4 जुगां दी चौंकड़ी बैठ गया। इन्नी भारी तपस्या, 4 जुगां दा समा लंघ गया, पर इन्नी वड्डी साधना भी वाहिगुरू दे नाम जपण दे बराबर नहीं है। प्राणां नूं जाम करके बैठा रहा। जैसे 68 तीर्थ परस कियो, जुग 4 चढ़ियो कैलाश रहो। जैसे कोट बरख तप उर्दमुखी, करोड़ा साल पुट्ठा होके लटकिया रहा। साधना ऐसी कीती, पुट्ठा होके लटक गया, पुट्ठा ही लटकिया रहा कई युग। गुरमुखो अज भावें जे आपां इस तरह की गल करदे हां, सुनन नूं एक वखरे तरह की लगदी, पर अज भी ਵੱਡੇ ਵੱਡੇ ਪਹਾੜਾਂ ਦੇ ਵਿੱਚ ਜਾਂ ਜੰਗਲਾਂ ਵਿੱਚ ਇਸ ਤਰ੍ਹਾਂ ਦੇ ਸਾਧੂ ਬੈਠੇ ਨੇ ਜਿਹੜੇ ਇਸ ਤਰ੍ਹਾਂ ਦੀ ਸਾਧਨਾ ਕਰਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਦੂਸਰਾ ਸ਼ਬਦ ਹੈ ਮਹਾਰਾਜ ਜੀ ਦਾ। ਉੱਥੇ ਮਹਾਰਾਜ ਕਹਿੰਦੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਨ ਅਪਿਆਓ। ਚੰਦ ਸੂਰਜ ਦੋਏ ਗੁਫਾ ਨਾ ਦੇਖਾ, ਸੁਪਨੇ ਸੌਣ ਨਾ ਥਾਉ। भी तेरी कीमत ना पवै, हों केवड़ आखा नाओ। करोड़ा साल की मेरी उम्र हो जावे, हो सकती है, कोई वड्डी गल नहीं है कि कोई मनुख इस तरह की साधना करके बैठ जावे। महाराज कहते, कोट कोटी मेरी आरजा, पवन पीन अपियाओ। पवन दे आसरे बैठा रवां, पवन नाल ही सारा जीवन मेरा बतीत होवे, रोटी पानी की लोड़ ही ना पवे, ऐसी साधना शरीर की हो जावे। चंद सूरज दोए गुफा ना देखा, ऐसी गुफा होवे जिहदे विच सूरज चंद्रमा की रोशनी प्रवेश ना करे, पता ही नहीं लगे इन्नी डूंगी होवे कि उत्थे खियास ही ना कीता जावे भी सूरज इत्थे सूरज की रोशनी आ सकती है। चंद सूरज दोए गुफा ना देखा, सुपने सौण ना थाओ। फिर इन्नी भीड़ी गुफा होवे भी उत्थे सुपने विच भी सौना सोचिया ना जा सके, बंदा इत्थे सौ सकदा है। सुपने सौण ना थाओ, भी तेरी कीमत ना पवै, हों केवड़ आखा नाओ। वाहिगुरू तेरे नाम की कीमत वो फिर भी बयान नहीं की। इन्नी करड़ी साधना करके भी करोड़ा साल महाराज कह रहे ने। गुरु नानक देव महाराज जी के बचन ने, श्री राग का दूसरा शब्द है। तो साहिब सच्चे पातशाह जी कहते, इन्नी वड्डी साधना करके भी रब के नाम की वड्डी महिमा बयान नहीं की जा सकती।
ਜੈਸੇ ਕੋਟ ਬਰਖ ਤਪ ਉਰਧ ਮੁਖੀ। ਇੱਥੇ ਹੀ ਵਾਸਨੀ ਭਾਈ ਗੁਰਦਾਸ ਜੀ ਕਹਿੰਦੇ ਬੈਸੰਤਰ ਮੇ ਤਨ ਡਾਹ ਦਿਓ। ਅੱਗ ਦੇ ਵਿੱਚ ਆਪਣੇ ਆਪ ਨੂੰ ਭੇਟਾ ਕਰਦੇ ਤੇ ਸੀ ਵੀ ਨਾ ਕਰੇ। ਇੰਨੀ ਸਾਧਨਾ ਕੀਤੀ ਹੋਵੇ, ਅੱਗ ਦੇ ਵਿੱਚ ਬੈਠ ਜਾਵੇ ਜਾ ਕੇ ਤੇ ਸੀ ਵੀ ਨਾ ਕਰੇ ਮੁਖ ਤੋਂ, ਤੇ ਅੱਗ ਉਸ ਸਰੀਰ ਨੂੰ ਸਾੜ ਦੇਵੇ। ਇੰਨੀ ਕਰੜੀ ਸਾਧਨਾ ਕੀਤੀ ਹੋਵੇ, ਪਰ ਉਹ ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ। ਬੈਸੰਤਰ ਮੇ ਤਨ ਡਾਹ ਦਿਓ, ਜੈਸੇ ਲਾਖ ਵਰਸ ਕੁਰਸ਼ੇਤਰ ਮੇ ਅਸਮੇਧ ਜਗ ਅਭੰਗ ਠਿਓ। ਅਸਮੇਧ ਜਗ ਹਰ ਕੋਈ ਨਹੀਂ ਕਰ ਸਕਦਾ ਸੀ। ਜਗ੍ਹਾ ਦੀ ਕਦੇ ਮਹਿਮਾ ਪੜ੍ਹੋ, ਬਹੁਤ ਵੱਡਾ ਭਾਰੀ ਖਰਚਾ ਇਹਦਾ ਹੁੰਦਾ ਹੈ। ਅੱਜ ਦੇ ਹਿਸਾਬ ਨਾਲ ਕਹਿ ਦਈਏ ਕਰੋੜਾਂ ਰੁਪਏ ਦਾ ਖਰਚਾ ਹੁੰਦਾ ਇੱਕ ਜੱਗ ਨੂੰ ਕਰਨ ਵਾਸਤੇ, ਜਿਵੇਂ ਪੁਰਾਤਨ ਸਮਿਆਂ ਵਿੱਚ ਕਰਦੇ ਸਨ। ਤੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਵਾਰੀ ਲੱਖਾਂ ਵਾਰੀ ਅਸਮੇਧ ਜੱਗ ਕਰ ਲਿਆ ਜਾਵੇ। ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਵਾਹਿਗੁਰੂ ਇੱਕ ਵਾਰੀ ਵੀ ਕਹਿਣਾ ਇਹਨਾਂ ਸਾਰੇ ਉੱਪਰ ਦੱਸੇ ਕਰਮਾਂ ਨਾਲੋਂ ਵੱਡਾ ਹੈ, ਉੱਚਾ ਹੈ। ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਸੁਖਮਨੀ ਸਾਹਿਬ ਜੀ ਤੀਸਰੀ ਅਸ਼ਟਪਦੀ ਦੇ ਵਿੱਚ ਮਹਾਰਾਜ ਨੇ ਬਹੁਤ ਕੁਝ ਬਿਆਨ ਕੀਤਾ ਹੈ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਮੈਂ ਵੇਖ ਲਿਆ ਹੈ ਤਜਰਬੇ ਨਾਲ, ਆਪਣੇ ਅਭਿਆਸ ਨਾਲ, ਕਿ ਵਾਹਿਗੁਰੂ ਬੜਾ ਹੀ ਬੇਅੰਤ ਹੈ, ਬੇਅੰਤ ਹੈ। ਸਭ ਕਰਮਾਂ ਧਰਮਾਂ ਨਾਲੋਂ ਉੱਚਾ ਹੈ, ਵੱਡਾ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਆਨ ਨਾ ਸੰਸਰ ਕੋ ਲਾਗੈ ਢੂੰਡ ਰੇ ਅਮ ਮੂਚਾ। ਮਹਾਰਾਜ ਕਹਿੰਦੇ ਬਹੁਤ ਖੋਜ ਕਰਕੇ ਵੇਖਿਆ ਵੀ ਕਿ ਰੱਬ ਦੇ ਨਾਮ ਦੇ ਕੁਝ ਬਰਾਬਰ ਹੈ। ਕੋਈ ਵੀ ਸੰਸਾਰ ਦਾ ਕਰਮ ਧਰਮ ਦਾਨ ਪੁੰਨ ਜਗ ਕੋਈ ਵੀ ਰੱਬ ਦੇ ਨਾਮ ਦੇ ਬਰਾਬਰ ਨਹੀਂ ਹੈ। ਨਾ ਹੀ ਕੋਈ ਮੰਤਰ ਹੈ। ਮੰਤਰ ਹਨ, ਪਰ ਮਹਾਰਾਜ ਕਹਿੰਦੇ ਰੱਬ ਦੇ ਨਾਮ ਦੇ ਮੰਤਰ ਬਰਾਬਰ ਨਹੀਂ। ਨਮੋ ਮੰਤਰ ਮੰਤਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਪ ਸਾਹਿਬ ਵਿੱਚ ਬਿਆਨ ਕਰਦੇ ਨੇ, ਆਨ ਨ ਸੰਸਰ ਕੋ ਲਾਗੈ ਢੂੰਡ ਰੇ ਹਮ ਮੂਚਾ। ਮੂਚਾ ਮੈਨੇ ਬਹੁਤ ਬਹੁਤ ਖੋਜਿਆ ਹੈ, ਪਰ ਸੰਸਰ ਕਹੀਏ ਬਰਾਬਰ, ਵਾਹਿਗੁਰੂ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਇਸੇ ਕਰਕੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਨਾਮ ਜਪੋ ਮੇਰੇ ਸਾਜਨ ਸੈਨਾ। ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡਾ ਭਾਗ ਗੁਰਮੁਖ ਹਰ ਲੈਣਾ। ਨਾਮ ਦੀ ਗੁਰਮੁਖੋ ਮਹਿਮਾ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਇੰਨੀ ਵੱਡੀ ਮਹਿਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਕੋਈ ਇੱਕ ਮਨ ਹੋ ਕੇ ਇੱਕ ਵਾਰੀ ਵੀ ਵਾਹਿਗੁਰੂ ਕਹਿ ਦੇਣਾ, ਕਰੋੜਾਂ ਅਰਬਾਂ ਖਰਬਾਂ ਜਨਮਾਂ ਦੇ ਪਾਪ ਉਹਦੇ ਖਤਮ ਤੇ ਉਹ ਮੁਕਤ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਿੰਨਾ ਵੱਡਾ ਮਹਾਤਮ ਹੈ, ਪਰ ਆਪਾਂ ਜਪਦੇ ਨਹੀਂ ਹਾਂ। ਤੇ ਸੰਗਤ ਵਿੱਚ ਬੈਠ ਕੇ ਤੇ ਆਪਾਂ ਹੋਰ ਚੁੱਪ ਹੋ ਜਾਂਦੇ ਹਾਂ। ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ ਭਾਰੀ ਮਹਾਤਮ ਬਾਣੀ ਵਿੱਚ ਲਿਖਿਆ ਹੈ ਮਹਾਰਾਜ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਹਰ ਗੁਣ ਪੜੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭੌਜਲ ਦੁੱਤਰ ਤਰੀਐ ਜੀਓ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਮਹਾਰਾਜ, ਬਹੁ ਬੇਅੰਤ ਅਤ ਬੜੋ ਗਾਰੋ, ਥਾ ਨਹੀਂ ਅਗਹੂਚਾ। ਵਾਹਿਗੁਰੂ ਬੜਾ ਬੇਅੰਤ ਹੈ, ਬੜਾ ਹੀ ਬੇਅੰਤ ਹੈ, ਬੜਾ ਡੂੰਘਾ ਹੈ ਔਰ ਬੜਾ ਹੀ ਗੈਰ ਗੰਭੀਰ ਹੈ। ਉਹਦਾ ਅੰਤ ਕਿਸੇ ਵੀ ਤਰਫੋਂ ਆਉਂਦਾ ਨਹੀਂ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਨੂੰ ਆਪਾਂ ਪੜ੍ਹੀਏ ਨਾ, ਤੇ ਜਿਵੇਂ ਜਿਵੇਂ ਬਾਣੀ ਵਿੱਚ ਸੁਰਤ ਜੁੜਦੀ ਜਾਵੇਗੀ, ਪਤਾ ਲੱਗੇਗਾ ਜਿਸ ਹਿਸਾਬ ਨਾਲ ਮੈਂ ਪਹਿਲਾਂ ਜਪਜੀ ਸਾਹਿਬ ਪੜ੍ਹਦਾ ਸੀ, ਇਹ ਤਾਂ ਅੱਜ ਕੁਝ ਸਵਾਦ ਹੋ ਰਹੀ ਹੈ। ਬਾਣੀ ਬੜੀ ਡੂੰਘੀ ਹੈ, ਕਿਉਂਕਿ ਪਰਮਾਤਮਾ ਬੜਾ ਡੂੰਘਾ ਹੈ, ਗੈਰ ਹੈ, ਬੇਅੰਤ ਹੈ। ਅਜੇ ਤੇ ਆਪਾਂ ਬਾਹਰੋਂ ਦੇਖ ਰਹੇ ਹਾਂ, ਗਹਿਰਾਈ ਵਿੱਚ ਨਹੀਂ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਦੱਸਦੇ ਨੇ ਗੁਰਬਾਣੀ ਦੀ ਮਹਿਮਾ ਬਾਰੇ, ਕਹਿੰਦੇ ਕਿ ਜਿਵੇਂ
ਪਹਾੜਾਂ ਦੇ ਵਿੱਚ ਕੀਮਤੀ ਪਾਰਸ ਹੋਰ ਚੀਜ਼ਾਂ ਛੁਪੀਆਂ ਹੋਈਆਂ ਨੇ। ਜਿਵੇਂ ਸਮੁੰਦਰ ਦੇ ਵਿੱਚ ਕੀਮਤੀ ਰਤਨ ਛੁਪੇ ਹੋਏ ਨੇ, ਜਿਵੇਂ ਜੰਗਲਾਂ ਦੇ ਵਿੱਚ ਮਲਿਆਗਰ ਚੰਦਨ ਇਤਿਆਦਿ ਛੁਪੇ ਹੋਏ ਨੇ, ਪਰ ਉੱਥੋਂ ਲੱਭ ਕੇ ਲਿਆਉਣਾ ਕੋਈ ਵਿਰਲਾ ਹੀ ਹੈ। ਪਹਿਲੀ ਗੱਲ ਤੇ ਲੋਕ ਜਾਂਦੇ ਤੇ ਹਨ, ਜੰਗਲਾਂ ਵਿੱਚ ਵੀ ਜਾਂਦੇ ਨੇ ਲੋਕ, ਆਪਾਂ ਵੇਖਦੇ ਹਾਂ ਸੈਰ ਕਰਨ ਗੱਡੀਆਂ ਜੀਪਾਂ ਤੇ ਅਸਲਾਂ ਨਾਲ ਲੈ ਕੇ ਜਾਂਦੇ ਨੇ, ਉਹ ਘੁੰਮ ਫਿਰ ਕੇ ਹੀ ਆ ਜਾਂਦੇ ਨੇ। ਫਿਰ ਪਹਾੜਾਂ ਤੇ ਵੀ ਜਾਂਦੇ ਨੇ ਲੋਕ, ਘੁੰਮ ਫਿਰ ਕੇ ਆ ਜਾਂਦੇ ਨੇ। ਸਮੁੰਦਰ ਤੇ ਵੀ ਜਾਂਦੇ ਨੇ ਲੋਕ, ਸਮੁੰਦਰ ਦੇ ਕਿਨਾਰੇ ਜਾਂ ਜਹਾਜ਼ ਵਿੱਚ ਬਹਿ ਕੇ ਜਾਂ ਕਿਸ਼ਤੀਆਂ ਵਿੱਚ ਬਹਿ ਕੇ ਘੁੰਮ ਫਿਰ ਕੇ ਆ ਜਾਂਦੇ ਨੇ। ਪਰ ਕੋਈ ਖੋਜੀ ਹੁੰਦੇ ਨੇ ਜਿਹੜੇ ਉੱਥੋਂ ਖੋਜ ਕਰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇ ਚੈ ਪ੍ਰਸਾਦ ਪਾਵਈ। ਲੱਖਾਂ ਦੀ ਤਾਦਾਦ ਵੀ ਦੁਨੀਆ ਸਮੁੰਦਰ ਦੇ ਕਿਨਾਰੇ ਹਰ ਰੋਜ਼ ਖੜੀ ਹੁੰਦੀ ਹੈ, ਪਰ ਕੋਈ ਵਿਰਲਾ ਹੁੰਦਾ ਜਿਹੜਾ ਸਮੁੰਦਰ ਦੀ ਗਹਿਰਾਈ ਵਿੱਚ ਜਾਂਦਾ ਹੈ, ਖੋਜ ਕਰਦਾ ਹੈ। ਲੱਖਾਂ ਹਜ਼ਾਰਾਂ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਮੱਥਾ ਟੇਕਦੇ ਨੇ, ਪਰ ਕੋਈ ਵਿਰਲਾ ਹੈ ਜਿਹੜਾ ਸ਼ਬਦ ਦੀ ਗਹਿਰਾਈ ਵਿੱਚ ਜਾਂਦਾ, ਜਿਹੜਾ ਖੋਜ ਕਰਦਾ ਵੀ ਮੈਂ ਸ਼ਬਦ ਨੂੰ ਖੋਜਣਾ ਹੈ। ਗਹਿਰਾਈ ਵਿੱਚ ਖਤਰਾ ਹੈ, ਬਾਹਰ ਤੇ ਕੋਈ ਖਤਰਾ ਹੈ ਨਹੀਂ, ਬਾਹਰੋਂ ਤਾਂ ਬੜੀ ਦੁਨੀਆ ਦੇਖਦੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵੀ। ਜੈਸੇ ਪਰਬਤ ਵਿਖੇ ਮਾਨਕ ਪਾਰਸ ਸਿੱਧ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵਈ। ਪਹਾੜਾਂ ਵਿੱਚ ਕੀਮਤੀ ਮਾਨਕ ਛੁਪੇ ਹੋਏ ਨੇ, ਪਾਰਸ ਛੁਪਿਆ ਹੋਇਆ ਹੈ, ਪਰ ਕੋਈ ਵਿਰਲਾ ਜਿਹੜਾ ਖੋਜ ਕਰਨ ਜਾਂਦਾ। ਸੈਰ ਕਰਨ ਤਾਂ ਬੜੇ ਜਾਂਦੇ ਨੇ। ਤੀਸਰਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਬਨ ਵਿਖੇ ਮਲਿਆਗਰ ਕਪੂਰ ਸੋਦਾ ਸੋਧ ਕੈ ਸੁਭਾਸੀ ਸੁਭਾਸ ਵੈਸਾਵੀ। ਜੰਗਲ ਦੇ ਵਿੱਚੋਂ ਕੋਈ ਵਿਰਲੇ ਨੇ ਜਿਹੜੇ ਖੋਜ ਕਰਕੇ ਉੱਥੋਂ ਕੀਮਤੀ ਜੜੀ ਬੂਟੀਆਂ ਮਲਿਆਗਰ ਚੰਦਨ ਕਪੂਰ ਆਦਿ ਨੂੰ ਖੋਜ ਕੇ ਲਿਆਉਂਦੇ ਹਨ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਗੁਰਬਾਣੀ ਵਿੱਚ ਸਾਰੇ ਰਤਨ ਛੁਪੇ ਹੋਏ ਨੇ, ਪਰ ਖੋਜ ਕਰਨੀ ਪਵੇਗੀ। ਆਪਾਂ ਗੁਰਮੁਖੋ ਮਹਾਰਾਜ ਨੇ ਸਾਨੂੰ ਕਰਮਕਾਂਡ ਵਿੱਚੋਂ ਕੱਢਿਆ ਸੀ ਤੇ ਆਪਾਂ ਸਭ ਨਾਲੋਂ ਜ਼ਿਆਦਾ ਕਰਮਕਾਂਡੀ ਹੋ ਗਏ ਹਾਂ। ਹੁਣ ਗੁਰਬਾਣੀ ਸਾਨੂੰ ਆਪ ਪੜ੍ਹਨੀ ਚਾਹੀਦੀ ਹੈ, ਸਹਿਜ ਪਾਠ ਆਪ ਕਰਨਾ ਚਾਹੀਦਾ ਹੈ, ਪਰ ਆਪਾਂ ਵੀ ਪੁਜਾਰੀਆਂ 'ਤੇ ਹੀ ਡਿਪੈਂਡ ਹੋ ਗਏ ਵੀ ਜਿਵੇਂ ਮੰਦਰਾਂ ਵਿੱਚ ਪੁਜਾਰੀ ਹੁੰਦੇ ਨੇ, ਉਹ ਪੰਡਤਾਂ ਵਾਲਾ ਕੰਮ ਹੀ ਵੀ ਭਾਈ ਇਹ ਕਰੇਗਾ, ਸਾਨੂੰ ਕੀ ਕਰਨ ਦੀ ਲੋੜ ਪਈ ਹੈ। ਆਪਾਂ ਭਾਈ ਰੱਖਿਆ ਤਾਂ ਹੈਗਾ ਗੁਰਦੁਆਰੇ, ਉਹ ਹੀ ਪਾਠ ਕਰੇਗਾ। ਕਿੰਨੇ ਅਵੇਸਲੇ ਕਿੰਨੇ ਦਲਿਦਰੀ ਹੋ ਗਏ। ਸਾਨੂੰ ਆਪ ਆਪਣੇ ਘਰ ਵਿੱਚ ਵਿਆਹ ਕਾਰਜ ਕੋਈ ਹੈ, ਇਹ ਸਾਡੇ ਵਿੱਚ ਚੇਤਨਾ ਆਉਣੀ ਚਾਹੀਦੀ ਹੈ ਕਿ ਪਾਠ ਰੱਖੀਏ, ਆਪ ਪਰਿਵਾਰ ਕਰੇ, ਆਪ ਬੈਠ ਕੇ ਸੁਣੇ, ਨਾਲ ਕਰੇ। ਤੇ ਆਪਾਂ ਜੇ ਕੇਵਲ ਪੁਜਾਰੀਆਂ 'ਤੇ ਡਿਪੈਂਡ ਹੋ ਗਏ ਵੀ ਗ੍ਰੰਥੀ ਭਾਈ ਕਰੇਗਾ ਬਸ, ਫਿਰ ਤੇ ਆਪਾਂ ਉਹੀ ਕੰਮ ਜਿਹੜੇ ਕੰਮ 'ਚੋਂ ਮਹਾਰਾਜ ਨੇ ਕੱਢਿਆ ਸੀ ਉਹੀ ਕੰਮ ਫੜ ਲਿਆ ਵੀ ਪੰਡਤ ਹੀ ਕਰੇਗਾ। ਮਹਾਰਾਜ ਨੇ ਕਿਹਾ, ਮੇਰਾ ਖਾਲਸਾ ਖੁਦ ਖੁਦਾ ਹੈ, ਖਾਲਸਾ ਆਪਣੇ ਕਾਰਜ ਆਪ ਹੀ ਕਰੇ ਸਾਰੇ। ਸੋ ਇਸ ਕਰਕੇ ਗੁਰਮੁਖੋ ਗੁਰਬਾਣੀ ਨੂੰ ਖੋਜਣਾ ਸਾਰਿਆਂ ਦਾ ਕੰਮ ਹੈ, ਇਹ ਇਕੱਲਾ ਗ੍ਰੰਥੀ ਦਾ ਕੰਮ ਨਹੀਂ ਹੈ। ਆਪੋ ਤੁਸੀਂ ਗੁਰਬਾਣੀ ਨੂੰ ਪੜ੍ਹੋ, ਵਿਚਾਰੋ, ਆਪਣਾ ਇਤਿਹਾਸ ਪੜ੍ਹੋ, ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਕੋਈ ਪੁੱਛ ਲਵੇ, ਆਪਾਂ ਵੇਖਦੇ ਹਾਂ ਹੋਰ ਕਿਸੇ ਨੇ ਕੀ ਪੁੱਛਣਾ, ਜਦੋਂ ਸਭਾ ਦੇ ਦਿਨ ਹੁੰਦੇ ਨੇ ਸਾਹਿਬਜ਼ਾਦਿਆਂ ਦੇ, ਉੱਥੇ ਖਬਰਾਂ ਵਾਲੇ ਆ ਜਾਣ, ਚੈਨਲ ਆ ਜਾਓ, ਉਹ ਬੱਚਿਆਂ ਨੂੰ ਪੁੱਛਣ, ਬਜ਼ੁਰਗਾਂ ਨੂੰ ਪੁੱਛਣ, ਦੱਸ ਹੀ ਨਹੀਂ ਹੁੰਦਾ ਇਤਿਹਾਸ ਬਾਰੇ। ਗਏ ਸਭਾ ਤੇ ਨੇ, ਸਭਾ ਬਾਰੇ ਪਤਾ ਹੀ ਨਹੀਂ ਹੈ ਕੀ ਹੈ। ਕਿੰਨੀ ਦਲਿਦਰੀ, ਕਿੰਨੀ ਅਵੇਸਲਾਪਨ ਆ ਗਿਆ। ਸੋ ਇਸੇ ਤਰ੍ਹਾਂ ਗੁਰਬਾਣੀ ਵਿੱਚ ਸਾਰਾ ਕੁਝ ਹੈ, ਪਰ ਖੋਜਣਾ ਸਾਨੂੰ ਖੁਦ ਪਵੇਗਾ। ਕੋਈ ਭਾਈ ਸਾਨੂੰ ਖੋਜ ਕੇ ਨਹੀਂ ਦੇਵੇਗਾ, ਉਹ ਖੋਜੇਗਾ ਤੇ ਉਹਨੂੰ ਲਾਭ ਹੈ। ਸੋ ਸਾਧ ਸੰਗਤ ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਵਜਾ। ਜਿਹੜਾ ਖੋਜੇਗਾ ਉਹਨੂੰ ਮਿਲ ਜਾਏਗਾ। ਤੋ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਬੇਅੰਤ ਹੈ, ਪਰੇ ਤੋਂ ਪਰੇ ਹੈ। ਤੋਲ ਨਾ ਤੁਲੀਏ, ਮੋਲ ਨਾ ਬੁਲੀਏ, ਕਤ ਪਾਈਏ ਮਨ ਰੂਚਾ। ਉਹਨੂੰ ਕਿਸੇ ਵੀ ਚੀਜ਼ ਨਾਲ ਤੋਲਿਆ ਨਹੀਂ ਜਾ ਸਕਦਾ। ਦੁਨੀਆ ਦੀ ਮਹਿੰਗੀ ਤੋਂ ਮਹਿੰਗੀ ਚੀਜ਼ ਦੀ ਤੁਲਨਾ ਦਿੱਤੀ ਜਾਂਦੀ ਹੈ ਵੀ ਇਹਦੇ ਬਰਾਬਰ ਇਹ ਹੈ।
ਉਹਦਾ ਮੁੱਲ ਵੀ ਪਾ ਲਿਆ ਜਾਂਦਾ ਹੈ। ਚੰਦਰ ਗ੍ਰਹਿ 'ਤੇ ਜਾ ਕੇ, ਮੰਗਲ ਗ੍ਰਹਿ 'ਤੇ ਜਾ ਕੇ ਵੀ ਲੋਕਾਂ ਨੇ ਪਲਾਟ ਖਰੀਦਣੇ ਸ਼ੁਰੂ ਕਰ ਦਿੱਤੇ ਨੇ। ਕੀਮਤ ਪੈਣ ਲੱਗ ਪਈ ਹੈ ਉਸ ਥਾਂ ਦੀ ਵੀ। ਪਰ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਕੋਈ ਅੱਜ ਤੱਕ ਨਾ ਪਾ ਸਕਿਆ ਕੀਮਤ, ਤੇ ਨਾ ਪਾ ਸਕੇਗਾ। ਮਹਾਰਾਜ ਕਹਿੰਦੇ ਕੰਚਨ ਸਿਉ ਪਾਈਐ ਨੀ ਤੋਲ। ਸਭ ਤੋਂ ਮਹਿੰਗਾ ਸੋਨਾ ਕਿਹਾ ਜਾਂਦਾ। ਸੋਨੇ ਨਾਲ ਵੀ ਤੋਲ ਕੇ ਰੱਬ ਦਾ ਨਾਮ ਨਹੀਂ ਮਿਲਦਾ। ਮਨ ਦੇ ਰਾਮ ਲਿਆ ਹੈ ਮੋਲ। ਉਹ ਵਾਹਿਗੁਰੂ ਪਰਮਾਤਮਾ ਨੂੰ ਕਿਸੇ ਕੀਮਤ ਨਾਲ ਨਹੀਂ ਖਰੀਦਿਆ ਜਾ ਸਕਦਾ। ਜੇ ਆਪਾਂ ਕਹੀਏ ਇੰਨੇ ਪਾਠ ਕਰਕੇ, ਇਹ ਵੀ ਤਾਂ ਇੱਕ ਕੀਮਤ ਹੋ ਗਈ ਵੀ ਇੰਨੇ ਪਾਠ ਕਰਕੇ ਰੱਬ ਮਿਲ ਜੇਗਾ, ਨਹੀਂ। ਭਾਵੇਂ ਕਿੰਨੇ ਮਰਜ਼ੀ ਪਾਠ ਕਰ ਲਓ, ਜੇ ਤੁਹਾਡੇ ਮਨ ਵਿੱਚ ਇਹ ਹੈ ਵੀ ਇੰਨੇ ਪਾਠ ਕਰਕੇ ਮੈਂ ਰੱਬ ਨੂੰ ਖਰੀਦ ਲਾਂਗਾ, ਨਹੀਂ ਹੋ ਸਕਦਾ। ਗੱਲ ਸਾਰੀ ਪ੍ਰੇਮ ਦੀ ਹੈ। ਮਹਾਰਾਜ ਕਹਿੰਦੇ ਨਾ ਤੂੰ ਆਵੇਂ ਵਸ ਬਹੁਤ ਘਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ। ਕੋਈ ਅਖੰਡ ਪਾਠ ਦੀਆਂ ਲੜੀਆਂ ਹੀ ਚਲਾ ਦੇ ਤੇ ਆਖੇ ਮੇਰੇ ਤੇ ਗੁਰੂ ਨਾਨਕ ਖੁਸ਼ ਹੋ ਜਾਣਗੇ, ਨਹੀਂ, ਇੱਦਾਂ ਨਹੀਂ ਗੱਲ ਬਣਨੀ। ਜਿੰਨਾ ਮਰਜ਼ੀ ਕੋਈ ਕਰਾਈ ਜਾਵੇ। ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗਮ ਅਗੋਚਰਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤੋਲ ਨਾ ਤੁਲੀਐ, ਮੋਲ ਨਾ ਮੁਲੀਐ, ਕਤ ਪਾਈਐ ਮਨ ਰੂਚਾ। ਕਿਵੇਂ ਪਾਇਆ ਜਾ ਸਕਦਾ ਉਸ ਵਾਹਿਗੁਰੂ ਪਰਮਾਤਮਾ ਨੂੰ? ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਨਾਲ ਹੀ ਪਾਇਆ ਜਾ ਸਕਦਾ ਹੈ। ਖੋਜ ਅਸੰਖਾ ਅਨਕਤ ਪੰਥਾ, ਬਿਨ ਗੁਰ ਨਹੀਂ ਪਹੁੰਚਾ। ਬੜੇ ਖੋਜਣ ਲੱਗ ਪਏ ਰੱਬ ਨੂੰ ਕਈ ਤਰ੍ਹਾਂ ਕਰਕੇ, ਅਨਕ ਰਸਤਿਆਂ ਦੁਆਰਾ, ਅਨਕ ਸਾਧਨਾਂ ਦੁਆਰਾ। ਪਰ ਗੁਰੂ ਤੋਂ ਬਿਨਾਂ ਅੱਜ ਤੱਕ ਕੋਈ ਨਹੀਂ ਰੱਬ ਤੱਕ ਪਹੁੰਚਿਆ। ਰੱਬ ਨੂੰ ਗੁਰੂ ਤੋਂ ਬਿਨਾਂ ਵੀ ਲੋਕ ਕਰਦੇ ਨੇ, ਸਾਧਨਾ ਕਰਦੇ ਨੇ। ਕਿਸੇ ਨੇ ਸੁਣ ਲਿਆ YouTube ਤੋਂ, ਨੈਟ ਤੋਂ ਸੁਣ ਲਿਆ, ਬਸ ਉਸੇ ਤਰ੍ਹਾਂ ਹੀ ਲੱਗ ਪਏ, ਗੁਰੂ ਧਾਰਨ ਹੀ ਨਹੀਂ ਕੀਤਾ। ਕਦੇ ਕਿਤੋਂ ਸੁਣ ਕੇ ਲਾਗੇ, ਕਦੇ ਕਿਤੋਂ ਸੁਣ ਕੇ ਲਾਗੇ। ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ। ਜੇਕਰ ਇੰਨਾ ਹੀ ਸੌਖਾ ਹੁੰਦਾ ਫਿਰ ਤੇ ਗੁਰੂ ਦੀ ਜੇ ਲੋੜ ਨਾ ਹੁੰਦੀ, ਫਿਰ ਤੇ ਲੋੜ ਹੀ ਨਹੀਂ ਸੀ। ਫਿਰ ਤੇ ਲੋਕ ਕਿਤਾਬਾਂ 'ਚੋਂ ਪੜ੍ਹ ਪੜ੍ਹ ਕੇ ਕੁਝ ਬਣ ਜਾਂਦੇ। ਗਿਆਨ ਦੀਆਂ ਕਿਤਾਬਾਂ, ਅਰਥਾਂ ਦੀਆਂ ਕਿਤਾਬਾਂ ਭਰੀਆਂ ਪਈਆਂ ਨੇ, ਵੇਦਾਂ ਦੇ, ਸ਼ਾਸਤਰਾਂ ਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਦੀਆਂ ਪੋਥੀਆਂ ਭਰੀਆਂ ਪਈਆਂ ਨੇ। ਪਰ ਗੁਰੂ ਉਸਤਾਦ ਧਾਰਨ ਕਰਨਾ ਪਵੇਗਾ, ਉਹ ਸਾਨੂੰ ਭੇਦ ਦੱਸੇਗਾ। ਪੜ੍ਹ ਕੇ ਵੀ ਸਮਝ ਨਹੀਂ ਆਉਂਦੀ। ਇਸੇ ਤਰ੍ਹਾਂ ਗੁਰਮੁਖੋ ਜਦੋਂ ਸਾਧਨਾ ਕਰਨੀ, ਉਹਦੇ ਵਾਸਤੇ ਵੀ ਗੁਰੂ ਦੀ ਲੋੜ ਹੈ। ਗੁਰੂ ਤੋਂ ਬਿਨਾਂ ਕੋਈ ਰੱਬ ਤੱਕ ਨਹੀਂ ਪਹੁੰਚ ਸਕਦਾ। ਖੋਜ ਅਸੰਖਾ ਅਨਕਤ ਪੰਥਾ, ਬਿਨ ਗੁਰ ਨਹੀਂ ਪਹੁੰਚਾ। ਗੁਰੂ ਤੋਂ ਬਿਨਾਂ ਕੋਈ ਰੱਬ ਤੱਕ ਨਹੀਂ ਪਹੁੰਚਿਆ। ਗੁਰੂ ਬਾਰੇ ਤੇ ਮਹਾਰਾਜ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੇ ਘਰ ਪੈਦਾ ਹੋਏ, ਜਿਹੜੇ ਕਹਿੰਦੇ ਹਨ ਜਨਮ ਤੋਂ ਹੀ ਜਿਨ੍ਹਾਂ ਨੂੰ ਬੜੀ ਸੋਝੀ ਸੀ, ਪਰ ਉਹਨਾਂ ਨੂੰ ਵੀ ਗੁਰੂ ਧਾਰਨ ਕਰਨਾ ਪਿਆ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਆਤਮਕ ਸੋਝੀ, ਆਤਮਕ ਗਿਆਨ, ਰੂਹਾਨੀਅਤ ਦਾ ਗਿਆਨ ਗੁਰੂ ਬਿਨਾਂ ਨਹੀਂ ਹੁੰਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੇ ਨਾਰਦੈ, ਵੇਦ ਵਿਆਸੈ ਕੋਏ। ਨਾਰਦ ਮੁਨੀ, ਉਹਨੂੰ ਪੁੱਛ ਕੇ ਵੇਖ ਲਓ, ਉਹਦਾ ਜੀਵਨ ਪੜ੍ਹ ਕੇ ਵੇਖ ਲਓ। ਵੇਦ ਵਿਆਸ, ਵੱਡੇ ਵੱਡੇ ਬ੍ਰਹਮਾ ਵਰਗੇ, ਉਹਨਾਂ ਨੂੰ ਪੁੱਛ ਕੇ ਵੇਖ ਲਓ। ਗੁਰੂ ਉਹਨਾਂ ਨੂੰ ਵੀ ਧਾਰਨ ਕਰਨਾ ਪਿਆ। ਉਹ ਵੀ ਗੁਰੂ ਵਾਲੇ ਬਣ ਕੇ ਸਾਧਨਾ ਕੀਤੀ, ਫਿਰ ਜਾ ਕੇ ਸਫਲ ਹੋਏ। ਤੋ ਮਹਾਰਾਜ ਕਹਿੰਦੇ ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪੂੰਚਾ। ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਸਾਨੂੰ ਪੂਰਾ ਗੁਰੂ ਮਿਲ ਗਿਆ। ਇਹ ਵੀ ਵਾਹਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਪੂਰਾ ਗੁਰੂ ਮਿਲ ਜਾਵੇ। ਜਦੋਂ ਪੂਰਾ ਗੁਰੂ ਮਿਲ ਗਿਆ, ਪੂਰੇ ਗੁਰੂ ਨੂੰ ਮਿਲ ਕੇ ਨਾਮ ਰਸ ਨੂੰ ਪ੍ਰਾਪਤ ਕਰ ਲਿਆ। ਦੇਵ ਗੰਧਾਰੀ ਮਹੱਲਾ ਪੰਜਵਾਂ, ਅਗਲੇਰਾ ਸ਼ਬਦ ਮਹਾਰਾਜ 535 ਅੰਗ ਤੇ ਫਰਮਾਨ ਕਰ ਰਹੇ ਨੇ। ਮੈਂ ਬਹੁ ਵਿਧ ਪੇਖਿਓ, ਦੂਜਾ ਨਾਈ ਰੀ ਕੋ। ਬਹੁ ਵਿਧੀਆਂ ਨਾਲ ਵੇਖਿਆ ਚੰਗੀ ਤਰ੍ਹਾਂ, ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਖੰਡ ਦੀਪ ਸਾ ਭੀਤਰ ਰਵਿਆ, ਪੂਰ ਰਿਓ ਸਭ ਲੋ ਰਹਾਓ। ਸਾਰੇ ਖੰਡ ਬ੍ਰਹਿਮੰਡ, ਸਾਰੇ ਦੀਪਾਂ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਰਵ ਰਿਹਾ, ਵਰਤ ਰਿਹਾ ਹੈ। ਸਾਰੇ ਪਾਸੇ ਪੂਰਨ ਰੂਪ ਦੇ ਵਿੱਚ ਵਰਤ ਰਿਹਾ। ਇਹ ਨਹੀਂ ਵੀ ਕਿਤੇ ਘੱਟ ਵੱਧ ਹੈ। ਜਿਮੀ ਜਮਾਨ ਵੀ ਕਹਿ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ
ਹੋਤ ਹੈ। ਅਗਮ ਅਗੰਮਾ ਕਵਣ ਮਹਿਮਾ ਮਨ ਜੀਵੈ ਸੁਣ ਸੋ। ਵਾਹਿਗੁਰੂ ਪਰੇ ਤੋਂ ਪਰੇ ਹੈ, ਉਹਦੀ ਮਹਿਮਾ ਕਿਵੇਂ ਬਿਆਨ ਕਰੀਏ। ਹਾਂ, ਜਦੋਂ ਮਨ ਉਹਦੀ ਮਹਿਮਾ ਨਾਲ ਜੁੜਦਾ ਤੇ ਮਨ ਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਚਾਰ ਆਸ਼ਰਮ ਚਾਰ ਬ੍ਰਹਮਨਾ ਮੁਕਤ ਭਏ ਸੇਵਤੋ। ਚਾਰੇ ਆਸ਼ਰਮ ਜਿਹੜੇ ਹਨ ਉਹ ਹੈ ਬ੍ਰਹਮਚਾਰ ਤੇ ਗ੍ਰਸਥ, ਬਾਨਪ੍ਰਸਥ, ਸੰਨਿਆਸ। ਇਹ ਚਾਰ ਆਸ਼ਰਮ ਮੰਨੇ ਗਏ ਹਨ। ਮਨੁੱਖ ਦੀ ਉਮਰ ਨੂੰ 100 ਸਾਲ ਦੀ ਉਮਰ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ। ਚਾਰ ਹੀ ਵਰਨਾਂ ਦੇ ਲੋਕ, ਜਿਹੜਾ ਕੋਈ ਮਰਜ਼ੀ ਹੋਵੇ ਵਾਹਿਗੁਰੂ ਦਾ ਨਾਮ ਜਪ ਕੇ ਹੀ ਮੁਕਤ ਹੋਇਆ ਹੈ। ਗੁਰ ਸ਼ਬਦ ਰੜਾਇਆ ਪਰਮ ਪਦ ਪਾਇਆ, ਦੁਤੀ ਗਏ ਸੁਖੋ। ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਦ੍ਰਿੜ ਕੀਤਾ ਉਹਨਾਂ ਨੂੰ ਪਰਮ ਪਦਵੀ ਮਿਲ ਗਈ ਹੈ। ਉਹਦੇ ਅੰਦਰੋਂ ਦਵੈਤ ਖਤਮ ਹੋ ਗਈ, ਆਤਮਿਕ ਸੁਖ ਮਿਲਿਆ। ਕਹੋ ਨਾਨਕ ਭਵ ਸਾਗਰ ਤਰਿਆ, ਹਰ ਨਿਧ ਪਾਈ ਸਹਿਜੋ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਮੱਤ ਲੈ ਕੇ ਨਾਮ ਜਪਿਆ, ਭਵ ਸਾਗਰ ਤੋਂ ਪਾਰ ਹੋ ਗਏ। ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ, ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਪਰਮਾਤਮਾ ਦੀ ਮਹਿਮਾ ਵਡਿਆਈ ਬਿਆਨ ਕਰਦੇ ਨੇ ਔਰ ਨਾਮ ਨਾਲ ਜੁੜਨ ਦਾ ਮਹਾਰਾਜ ਜੀ ਨੇ ਹੁਕਮ ਕੀਤਾ ਹੈ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।